ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਜੀਵਨ ਝਲਕ ਵਿੱਚੋਂ ਇੱਕ ਸਵਾਮੀ ਹੈ ਰਾਮਦਾਸ, ਉਸ ਨਾਲ ਜੋ ਗੱਲਬਾਤ ਹੋਈ ਉਸ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ ਸਵਾਮੀ ਰਾਮਦਾਸ ਨੇ ਇਹ ਪੁੱਛਿਆ ਕਿ ਮੈਂ ਇੰਨੀ ਕਾਲ ਕੀਤੀ ਹੈ, ਮੈਨੂੰ ਕੁਝ ਸ਼ਕਤੀਆਂ ਵੀ ਪ੍ਰਾਪਤ ਹਨ, ਪਰ ਫਿਰ ਵੀ ਮੇਰੇ ਚਿਹਰੇ 'ਤੇ ਉਹਨਾਂ ਖੇੜਾ ਨਹੀਂ। ਤੁਸੀਂ ਇਹਨੇ ਖੇੜੇ ਵਿੱਚ ਕਿਵੇਂ ਰਹਿੰਦੇ ਹੋ ਗ੍ਰਸਤੀ ਹੋ ਕੇ? ਕਿਉਂਕਿ ਗ੍ਰਸਤ ਵਿੱਚ ਫਸੌਤੀਆਂ ਬਹੁਤ ਹਨ, ਪਰ ਫਿਰ ਵੀ ਖੇੜੇ ਵਿੱਚ ਰਹਿੰਦੇ ਹੋ। ਇਸ ਦਾ ਉੱਤਰ ਭਾਈ ਸਾਹਿਬ ਜੀ ਨੇ ਦਿੱਤਾ ਤੇ ਇੱਕ ਹੋਰ ਵਾਰੀ ਇੱਕ ਹੋਰ ਸਵਾਲ ਕੀਤਾ ਕਿ ਮੈਨੂੰ ਤਾਂ ਸਭ ਵਿੱਚ ਰੱਬ ਦਿਸਦਾ ਹੈ ਤੇ ਤੁਸੀਂ ਵੀ ਸਭ ਵਿੱਚ ਰੱਬ ਦੇਖਦੇ ਹੋ। ਤਾਂ ਭਾਈ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਮੈਂ ਹਰ ਜੀਵ ਜੰਤੂ ਨੂੰ ਰੱਬ ਨਹੀਂ ਵੇਖਦਾ ਤੇ ਵੇਖਣਾ ਚਾਹੁੰਦਾ ਵੀ ਨਹੀਂ। ਕਿਉਂ? ਇਸ ਗੱਲ ਦਾ ਉੱਤਰ ਆਪ ਜੀ ਨੂੰ ਇਸ ਲਿਖਤ ਵਿੱਚ ਮਿਲ ਜਾਵੇਗਾ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ, ਜਿਸ ਦਾ ਸਿਰਲੇਖ ਹੈ ਸ੍ਰੀ ਗੋਪਾਲਾ ਰਾਓ ਤੇ ਸਵਾਮੀ ਰਾਮਦਾਸ। ਗੋਰੇ ਗੋਰੇ ਹੰਸੂ ਹੰਸੂ ਕਰਦੇ ਮੁਖੜੇ ਵਾਲੇ ਇੱਕ ਮਹਾਰਾਸ਼ਟਰੀ ਵਿਦਵਾਨ, ਜਿਨ੍ਹਾਂ ਦਾ ਸ਼ੁਭ ਨਾਮ ਸ੍ਰੀ ਗੋਪਾਲਾ ਰਾਓ ਸੀ, ਕਦੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਹੁੰਦੇ ਸਨ। ਬੜੇ ਮਿੱਠ ਬੋਲੇ ਤੇ ਪਿਆਰ ਵਾਲੇ ਸੱਜਣ ਸਨ। ਉਹ ਪਹਿਲੋਂ ਦੇਹਰਾਦੂਨ ਵਿੱਚ ਫਾਰੈਸਟ ਕਾਲਜ ਵਿੱਚ ਹੁੰਦੇ ਸਨ, ਫਿਰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਆ ਗਏ। ਇੱਥੋਂ ਦੇ ਪ੍ਰਿੰਸੀਪਲ ਤਦੋਂ ਸ੍ਰੀ ਮਨਮੋਹਨ ਸਿੰਘ ਜੀ ਸਨ। ਜਦੋਂ ਸ੍ਰੀ ਮਨਮੋਹਨ ਜੀ ਪ੍ਰਿੰਸੀਪਲੀ ਛੱਡ ਕੇ ਵਾਪਸ ਸਰਕਾਰੀ ਨੌਕਰੀ 'ਤੇ ਚਲੇ ਗਏ, ਜਿੱਥੋਂ ਉਹ ਸਰਕਾਰ ਵੱਲੋਂ ਖਾਲਸਾ ਕਾਲਜ ਨੂੰ ਮੰਗਵੇ ਦਿੱਤੇ ਗਏ ਸਨ, ਤਾਂ ਸ੍ਰੀ ਗੋਪਾਲਾ ਰਾਓ ਜੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਥਾਪੇ ਗਏ। ਪ੍ਰਿੰਸੀਪਲਸ਼ਿਪ ਦੇ ਦਿਨਾਂ ਵਿੱਚ ਹੀ ਸ਼ੌਕ ਹੈ ਕਿ ਆਪ ਦਾ ਇੱਥੇ ਦੇਹਾਂਤ ਹੋ ਗਿਆ ਸੀ। ਸ੍ਰੀ ਗੋਪਾਲਾ ਰਾਓ ਜੀ ਜਦੋਂ ਦੇਹਰਾਦੂਨ ਰਹਿੰਦੇ ਹੁੰਦੇ ਸਨ, ਤਦੋਂ ਸਤਿਕਾਰਯੋਗ ਭਾਈ ਸਾਹਿਬ ਜੀ ਵੀ ਅੰਮ੍ਰਿਤਸਰੋਂ ਦੇਹਰਾਦੂਨ ਆਮ ਆਇਆ ਜਾਇਆ ਕਰਦੇ ਸਨ। ਮਾਨਯੋਗ ਡਾਕਟਰ ਬਲਬੀਰ ਸਿੰਘ ਜੀ ਦੇਹਰਾਦੂਨ ਦੀ ਇੱਕ ਮੰਨੀ ਪਰਮੰਨੀ ਇਲਮਦੋਸਤ ਚੋਟੀ ਦੀ ਵਿਦਵਤ ਵਿਅਕਤੀ ਸਨ, ਜਿਨ੍ਹਾਂ ਦੀ ਵਸਾਤਤ ਨਾਲ ਸ੍ਰੀ ਗੋਪਾਲਾ ਰਾਓ ਜੀ ਦਾ ਮੇਲ ਭਾਈ ਸਾਹਿਬ ਜੀ ਨਾਲ ਉੱਥੇ ਹੋਇਆ। ਸ੍ਰੀ ਰਾਓ ਜੀ ਦੀ ਤਬੀਅਤ ਪਰਮਾਰਥ ਢੂੰਡਾਊ ਸੀ। ਜਦ ਭਾਈ ਸਾਹਿਬ ਜੀ ਨਾਲ ਮੇਲ ਹੋਇਆ ਤਾਂ ਪਰਮਾਰਥ ਪਿਆਸੀ ਆਤਮਾ ਨੂੰ ਗੁਰਸਿੱਖੀ ਤੇ ਗੁਰਬਾਣੀ ਦੀ ਅੰਮ੍ਰਿਤਮਈ ਦਾਤ ਗਿਆਤ ਤੇ ਸਿਮਰਨ ਦੀ ਸੂਝ ਭਾਈ ਸਾਹਿਬ ਤੋਂ ਪ੍ਰਾਪਤ ਹੋਈ। ਆਪ ਨੂੰ ਆਤਮਿਕ ਸੁਖ ਪ੍ਰਾਪਤ ਹੋਇਆ ਤੇ ਆਪ ਦਾ ਪਿਆਰ ਗੁਰੂ ਘਰ ਨਾਲ ਤੇ ਗੁਰਬਾਣੀ ਨਾਲ ਸੋਹਣਾ ਗਠ ਗਿਆ ਤੇ ਨਾਮ ਸਿਮਰਨ ਵਿੱਚ ਲੱਗ ਗਏ। ਅੰਮ੍ਰਿਤਸਰ ਆ ਕੇ ਤਾਂ ਇਹ ਸਤਸੰਗ ਦਾ ਰੰਗ ਮਾਣਨਾ ਨਿੱਤ ਦਾ ਕੰਮ ਹੋ ਗਿਆ ਤੇ ਆਪ ਹਰ ਰੋਜ਼ ਸ਼ਾਮ ਨੂੰ ਕਾਲਜੋਂ ਆਪਣੇ ਮੋਟਰਸਾਈਕਲ ਪਰ ਆਪਣੀ ਸੁਪਤਨੀ, ਜੋ ਉਹ ਵੀ ਆਪਣੇ ਪ੍ਰਾਣ ਪਿਆਰੇ ਪਤੀ ਵਾਂਗ ਪਰਮਾਰਥ ਦੀ ਲਗਨ ਵਾਲੀ ਬੀਬੀ ਸੀ, ਨਾਲ ਭਾਈ ਸਾਹਿਬ ਜੀ ਦੇ ਗ੍ਰਹਿ ਆਉਂਦੇ ਤੇ ਸਤਸੰਗ ਦਾ ਲਾਹਾ ਮਾਣਦੇ। ਸ੍ਰੀ ਗੋਪਾਲਾ ਰਾਓ ਜੀ ਦੇ ਬੜੇ ਨੇੜੇ ਦੇ ਮੇਲੀਆਂ ਵਿੱਚੋਂ ਇਹ ਸੰਬੰਧੀ ਇੱਕ ਸਾਧੂ ਸਨ, ਜੋ ਆਪ ਪਾਸ ਆਮ ਆਉਂਦੇ ਜਾਂਦੇ ਸਨ। ਉਹਨਾਂ ਦਾ ਨਾਮ ਸਵਾਮੀ ਰਾਮਦਾਸ ਸੀ। ਇਹਨਾਂ ਨੇ ਆਪਣੀ ਯੋਵਨ ਅਵਸਥਾ ਵਿੱਚ ਚੰਗੀ ਉੱਚੀ ਵਿਦਿਆ ਪ੍ਰਾਪਤ ਕੀਤੀ, ਪਰ ਵੇਦਾਂਤ ਵੱਲ ਵਧੇਕ ਰੁਖ ਹੋ ਜਾਣ ਕਰਕੇ ਸਾਧੂ ਹੋ ਗਏ ਤੇ ਚਿਰਕਾਲ ਯੋਗ ਅਭਿਆਸ ਤੇ ਕਠਨ ਤਪੱਸਿਆ ਕਰਦੇ ਰਹੇ। ਦੱਸਿਆ ਜਾਂਦਾ ਸੀ ਕਿ ਉਹਨਾਂ ਨੂੰ ਆਪ ਦੀ ਕਠਨ ਕਾਲ ਨਾਲ ਕੁਝ ਸ਼ਕਤੀ ਵੀ ਪ੍ਰਾਪਤ ਹੋ ਗਈ ਸੀ। ਸ੍ਰੀ ਗੋਪਾਲਾ ਰਾਓ ਜੀ ਦੇ ਦੇਹਰਾਦੂਨ ਦੇ ਵਾਸ ਦੇ ਦਿਨਾਂ ਵਿੱਚ ਇੱਕ ਸਵਾਮੀ ਜੀ ਉਹਨਾਂ ਪਾਸ ਆਏ ਤਾਂ ਉਹਨਾਂ ਨੇ ਸਵਾਮੀ ਜੀ ਦਾ ਮੇਲ ਸ੍ਰੀ ਭਾਈ ਸਾਹਿਬ ਜੀ ਨਾਲ ਕਰਾਇਆ। ਸਵਾਮੀ ਜੀ ਚੰਗੇ ਤੇ ਸੱਚੇ ਘਾਲੀ ਸਨ। ਭਾਈ ਸਾਹਿਬ ਜੀ ਨੂੰ ਮਿਲ ਕੇ ਬੜੇ ਪ੍ਰਸੰਨ ਹੋਏ। ਭਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ੀ ਗੁਰਸਿੱਖੀ ਦੀ ਪ੍ਰੇਮਾ ਭਗਤੀ ਦੇ ਟੁਰਾਊ ਸਨ ਤੇ ਸਵਾਮੀ ਜੀ ਸਨ ਵੇਦਾਂਤੀ ਅਤੇ ਯੋਗ ਅਭਿਆਸੀ। ਮਿਲੇ ਤਾਂ ਪਰਸਪਰ ਆਪੋ ਆਪਣੇ ਨੁਕਤਾ ਖਿਆਲ ਕਹੇ ਸੁਣੇ, ਚੰਗੇ ਪ੍ਰਭਾਵਿਤ ਹੋਏ। ਦੂਸਰੀ ਵਾਰ ਸਵਾਮੀ ਜੀ ਕਸ਼ਮੀਰ ਵਿੱਚ ਮਿਲੇ, ਜਿੱਥੇ ਭਾਈ ਸਾਹਿਬ ਗਰਮੀਆਂ ਵਿੱਚ ਪਹਾੜ ਤੇ ਪਧਾਰੇ ਹੋਏ ਸਨ ਤੇ ਸ੍ਰੀ ਗੋਪਾਲਾ ਰਾਓ ਜੀ ਵੀ ਸ੍ਰੀ ਸਵਾਮੀ ਜੀ ਨਾਲ ਉੱਥੇ ਪਹੁੰਚ ਗਏ ਸਨ। ਫਿਰ ਕਾਲਜ ਖੁੱਲ੍ਹਣ ਕਾਰਨ ਸ੍ਰੀ ਗੋਪਾਲਾ ਰਾਓ ਜੀ ਤਾਂ ਵਾਪਸ ਅੰਮ੍ਰਿਤਸਰ ਆ ਗਏ, ਪਰ ਸਵਾਮੀ ਜੀ ਜੋ ਜੰਗਲ ਵਿੱਚ ਇੱਕ ਕੁਟੀਆ ਵਿੱਚ ਇਕਾਂਤਵਾਸੀ ਹੋ ਰਹੇ ਸਨ, ਉਹਨਾਂ ਦੀ ਸੰਭਾਲ ਤੇ ਦੁੱਧ ਭੋਜਨ ਫਲ ਆਦਿ ਦੀ ਸੇਵਾ ਸਹਾਇਤਾ ਭਾਈ ਸਾਹਿਬ ਜੀ ਦੇ ਲੰਗਰ ਤੋਂ ਹੁੰਦੀ ਰਹੀ।
ਦੋ ਤਰੇ ਬਾਰ ਫਿਰ ਮਗਰੋਂ ਸਵਾਮੀ ਜੀ ਅੰਮ੍ਰਿਤਸਰ ਆ ਕੇ ਵੀ ਮਿਲੇ ਹਨ। ਸਵਾਮੀ ਜੀ ਦਾ ਪਤਲਾ ਤੇ ਲਿੱਸਾ ਜਿਹਾ ਸੂਖਮ ਸਰੀਰ ਸੀ। ਕੱਦ ਮਧਰਾ ਅਤੇ ਬੁੱਲਾਂ ਪਰ ਮੁਸਕਾਨ ਸੀ, ਦੰਦ ਨਹੀਂ ਸਨ। ਅਖੀਰਲੀ ਉਮਰਾਂ ਵਿੱਚ ਭਰਮਣ ਛੋੜ ਕੇ ਕਾਨ ਅੰਗਦ ਰਾਮਨਗਰ ਵਿਖੇ ਇੱਕ ਆਨੰਦ ਆਸ਼ਰਮ ਖੋਲ ਕੇ ਟਿਕ ਗਏ ਸਨ। ਉੱਥੇ ਇੱਕ ਛੋਟਾ ਜਿਹਾ ਮਾਸਕ ਪੱਤਰ ਵੀਅਨ ਅੰਗਰੇਜ਼ੀ ਵਿੱਚ ਕੱਢਿਆ ਤੇ ਕੁਝ ਪੁਸਤਕਾਂ ਵੀ ਲਿਖੀਆਂ। ਆਪਣੀ ਜੀਵਨ ਕਥਾ ਵੀ ਵੀਅਨ ਆਫ ਗੋਡ ਨਾਮ ਹੇਠ ਲਿਖੀ। ਉਹ ਆਪਣੇ ਆਪ ਨੂੰ ਤ੍ਰਿਤੀਏ ਪੁਰਖ ਵਿੱਚ ਲਿਖਿਆ ਬੋਲਿਆ ਕਰਦੇ ਸਨ। ਉਹਨਾਂ ਦੇ ਭਾਈ ਸਾਹਿਬ ਨਾਲ ਮੇਲ ਵੇਲੇ ਬੜੀਆਂ ਦਿਲਚਸਪ ਵਾਰਤਾਲਾਪ ਸੁਣਨ ਵਿੱਚ ਆਉਂਦੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਦੋ ਯਾਦ ਰਹਿ ਗਈਆਂ ਹਨ। ਸਵਾਮੀ ਜੀ ਹਿੰਦੀ ਪੰਜਾਬੀ ਬਹੁਤ ਘੱਟ ਸਮਝਦੇ ਸਨ। ਗੱਲਾਂ ਉਹਨਾਂ ਨਾਲ ਅੰਗਰੇਜ਼ੀ ਵਿੱਚ ਹੀ ਹੋਇਆ ਕਰਦੀਆਂ ਸਨ। ਸ਼ੁਰੂ ਵਿੱਚ ਜਦ ਸਵਾਮੀ ਜੀ ਭਾਈ ਸਾਹਿਬ ਜੀ ਨੂੰ ਮਿਲੇ ਤਾਂ ਕਹਿਣ ਲੱਗੇ, ਮੈਂ ਆਪ ਦੇ ਚਿਹਰੇ ਪਰ ਕੋਈ ਅਲੌਕਿਕ ਖੇੜਾ ਤੱਕ ਕੇ ਬੜਾ ਵਿਸਮੈ ਹੋਇਆ ਹਾਂ। ਮੈਂ ਆਪਣੀ ਉਮਰ ਦਾ ਚੰਗਾ ਹਿੱਸਾ ਪੜ੍ਹਾਈ ਪਰ ਖਰਚ ਕੀਤਾ, ਵਿਦਵਾਨ ਬਣਿਆ, ਪਰ ਜਗਤ ਵਿੱਚ ਸੁੱਖ ਨਾ ਦੇਖ ਕੇ ਸੁੱਖ ਦੀ ਤਲਾਸ਼ ਵਿੱਚ ਸਾਧੂ ਹੋ ਗਿਆ। ਘਾਲ ਉਹ ਕੀਤੀ ਕਿ ਸ਼ਕਤੀ ਪ੍ਰਾਪਤ ਹੋ ਗਈ, ਪਰ ਉਹ ਖੇੜਾ ਜੋ ਆਏ, ਜੋ ਆਪ ਦੇ ਚਿਹਰੇ ਤੋਂ ਹਰ ਵੇਲੇ ਪ੍ਰਕਾਸ਼ਦਾ ਹੈ ਤੇ ਜੋ ਹਰ ਦੇਖਣ ਤੇ ਮਿਲਣ ਵਾਲੇ ਨੂੰ ਮੇਰੇ ਸਮੇਤ ਖੁਸ਼ੀ ਤੇ ਰਸ ਬਖਸ਼ਦਾ ਹੈ, ਉਹ ਮੈਨੂੰ ਪ੍ਰਾਪਤ ਨਾ ਹੋਇਆ। ਆਪ ਯੋਗੀ ਵੀ ਨਹੀਂ ਹੋ, ਗ੍ਰਸਤੀ ਹੋ, ਜਗਤ ਵਿੱਚ ਫਸੇ ਦਿਸਦੇ ਹੋ, ਪਰ ਫਿਰ ਇਹ ਖੇੜਾ ਆਪ ਨੂੰ ਪ੍ਰਾਪਤ ਹੈ। ਹੈਰਾਨੀ ਹੈ, ਮੈਨੂੰ ਇਸ ਦਾ ਭੇਦ ਬਿਲਕੁਲ ਸਪਸ਼ਟ ਦੱਸਣ ਦੀ ਖੇਚਲ ਕਰਨੀ। ਭਾਈ ਸਾਹਿਬ ਜੀ ਨੇ ਜੋ ਕੁਝ ਕਿਹਾ ਉਹ ਪੂਰੀ ਤਰ੍ਹਾਂ ਯਾਦ ਨਹੀਂ, ਤੇ ਜੋ ਕੁਝ ਯਾਦ ਵੀ ਹੈ ਉਹ ਉਸ ਖੂਬਸੂਰਤੀ ਵਿੱਚ ਤੇ ਉਸ ਪਹਿਰਾਏ ਵਿੱਚ ਬਿਆਨ ਨਹੀਂ ਹੋ ਸਕਦਾ, ਕਿਉਂਕਿ ਕਈ ਵਾਰ ਆਪ ਕਿਸੇ ਗੱਲ ਦਾ ਉੱਤਰ ਬੜੇ ਹਸਾਵਣੇ ਢੰਗ ਵਿੱਚ ਦੇ ਦਿੱਤਾ ਕਰਦੇ ਸਨ। ਇਸ ਮੌਕੇ ਤੇ ਵੀ ਉਹਨਾਂ ਨੇ ਕਿਹਾ ਕਿ ਸਵਾਮੀ ਜੀ, ਤੁਸੀਂ ਬੜੇ ਵਿਦਵਾਨ ਤੇ ਕਾਲੀ ਹੋ, ਪਤਾ ਨਹੀਂ ਤੁਸਾਂ ਦੀ ਤਸੱਲੀ ਮੇਰੇ ਕੁਝ ਦੱਸਣ ਨਾਲ ਹੋ ਸਕੇ ਕਿ ਨਾ। ਸਾਡੀਆਂ ਗੱਲਾਂ ਸਿੱਧੀਆਂ ਸਾਦੀਆਂ ਤੇ ਝਟਕੀਆਂ ਜਿਹੀਆਂ ਹੁੰਦੀਆਂ ਹਨ। ਤੁਸੀਂ ਪੁੱਛਿਆ ਹੈ ਸੋ ਬਿਲਾਸ ਮਾਤਰ ਦੱਸਦਾ ਹਾਂ ਕਿ ਤੁਸਾਂ ਦਾ ਮਾਰਗ ਹੈ ਅਮੀਰੀ ਦਾ ਤੇ ਮੇਰਾ ਹੈ ਗਰੀਬੀ, ਨਿਮਰਤਾ ਦਾ। ਤੁਸਾਂ ਦੀ ਦਸ਼ਾ ਮਾਨੋ ਇਹ ਹੈ ਕਿ ਆਪਣੀ ਘਾਲ ਨਾਲ ਤੁਸੀਂ ਵਾਹਿਗੁਰੂ ਦੇ ਦਰ ਤੇ ਪਹੁੰਚ ਕੇ ਉਸ ਦਾ ਬੂਹਾ ਮੱਲ ਬੈਠੇ ਹੋ ਤੇ ਅੰਦਰ ਜਾਣ ਆਉਣ ਵਾਲਿਆਂ ਨੂੰ ਕਹਿੰਦੇ ਹੋ ਕਿ ਅੰਦਰ ਜਾਣ ਵਾਲਿਓ, ਮਹਾਰਾਜ ਅੱਗੇ ਮੇਰੀ ਸਿਫਾਰਿਸ਼ ਕਰੋ ਕਿ ਬਾਹਰ ਬੂਹੇ ਅੱਗੇ ਇੱਕ ਯੋਗੀ ਬੈਠਾ ਹੈ ਤੇ ਹੀਰੇ ਲਾਲ ਜਵਾਹਰ ਮੰਗਦਾ ਹੈ, ਉਸ ਨੂੰ ਇਹ ਬਖਸ਼ਿਸ਼ ਕਰੋ। ਪਰ ਮੈਂ ਉਸ ਸਵਾਮੀ ਦੇ ਘਰ ਦੇ ਪਿਛਵਾੜੇ ਵੱਲ ਬੈਠਾ ਹਾਂ, ਜਿਸ ਪਾਸੇ ਉਸ ਦਾਤੇ ਦੇ ਪ੍ਰਸ਼ਾਦ ਛਕਣ ਦਾ ਕਮਰਾ ਹੈ ਤੇ ਉਸ ਦੀ ਉਸ ਪਾਸੇ ਇੱਕ ਤਾਕੀ ਖੁੱਲਦੀ ਹੈ। ਉੱਥੇ ਝੋਲੀ ਅੱਡ ਕੇ ਹਮੇਸ਼ਾ ਇਸ ਤਾਂਗ ਵਿੱਚ ਬੈਠਾ ਰਹਿੰਦਾ ਹਾਂ ਕਿ ਜਦ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਪ੍ਰਸ਼ਾਦ ਛਕ ਚੁੱਕੇ ਤਾਂ ਉਸ ਦੇ ਸੇਵਕ ਜੋ ਸੀਤ ਪ੍ਰਸ਼ਾਦ ਖਿੜਕੀ ਵਿੱਚ ਦੀ ਬਾਹਰ ਸੁੱਟ ਦਿੰਦੇ ਹਨ, ਉਸ ਦਾ ਕੋਈ ਕਿਣਕਾ ਭੋਰਾ ਮੇਰੀ ਝੋਲੀ ਵਿੱਚ ਵੀ ਡਿੱਗ ਪਵੇ। ਸੋ ਜਦੋਂ ਉਸ ਦੇ ਸੇਵਕ ਉਸ ਦਾ ਸੀਤ ਪ੍ਰਸ਼ਾਦ ਬਾਹਰ ਵੀੜਦੇ ਹਨ ਤਾਂ ਕੁਝ ਬਾਹਰ ਜਾ ਪੈਂਦਾ ਹੈ ਜੋ ਹੱਥ ਨਹੀਂ ਆਉਂਦਾ, ਪਰ ਜੋ ਕਿਣਕਾ ਮੇਰੀ ਝੋਲੀ ਵਿੱਚ ਆ ਡਿੱਗਦਾ ਹੈ ਉਹ ਪ੍ਰਾਪਤ ਕਰਕੇ ਐਸੀ ਖੁਸ਼ੀ ਪ੍ਰਾਪਤ ਹੁੰਦੀ ਹੈ ਕਿ ਨੱਚ ਉੱਠੀਦਾ ਹੈ। ਖੁਸ਼ੀਆਂ ਵਿੱਚ ਉਛਲ ਪਈਦਾ ਹੈ ਕਿ ਅੱਜ ਉਸ ਸ਼ਹਿਨਸ਼ਾਹ ਦੇ ਦਸਤਰਖਾਨ ਯਾਨੀ ਰਾਇਲ ਟੇਬਲ ਤੋਂ ਪਰਮ ਪਵਿੱਤਰ ਪ੍ਰਸ਼ਾਦ ਮਿਲਿਆ ਹੈ। ਇਹ ਉਸੇ ਸੀਤ ਪ੍ਰਸ਼ਾਦ ਦੇ ਕਿਣਕੇ ਦੀ ਪ੍ਰਾਪਤੀ ਦੀ ਖੁਸ਼ੀ ਹੈ ਜੋ ਮੇਰੇ ਚਿਹਰੇ ਤੇ ਆਪ ਨੂੰ ਦਿਸਦੀ ਹੈ। ਯੋਗੀ ਇਹ ਹਸਮਈ ਲਾਵਨਤਾ ਵਾਲੀ ਕਥਾ ਸੁਣ ਕੇ ਬੜਾ ਹੱਸਿਆ, ਪਰ ਪੁੱਛਣ ਲੱਗਾ ਕਿ ਇਸ ਦਾ ਭਾਵ ਕੀ ਹੈ। ਇਹ ਰਾਮਦਾਸ ਦੀ ਸਮਝੇ ਨਹੀਂ ਪਿਆ। ਸਵਾਮੀ ਜੀ ਆਪਣਾ ਜ਼ਿਕਰ ਅਨਯ ਪੁਰਖ ਵਿੱਚ ਕੀਤਾ ਕਰਦੇ ਸਨ। ਉੱਤਰ ਵਿੱਚ ਭਾਈ ਸਾਹਿਬ ਜੀ ਨੇ ਵੇਦਾਂਤ ਤੇ ਭਗਤੀ ਮਾਰਗ ਦਾ ਫਰਕ ਬੜੇ ਵਿਸਥਾਰ ਨਾਲ ਸਮਝਾਇਆ। ਆਪਣੀ ਕਥੀ ਕਥਾ ਨੂੰ ਸਪਸ਼ਟਾਉਂਦਿਆਂ ਦੱਸਿਆ ਕਿ ਆਪ ਦੀ ਮੰਗ ਬੜੀ ਵੱਡੀ ਹੈ। ਆਪ ਨੇ ਤਾਂ ਪ੍ਰਸੰਨ ਤਾਂ ਹੀ ਹੋਣਾ ਹੈ ਜੇ ਉਹ ਮਿਲੇ, ਪਰ ਮੇਰੀ ਮੰਗ ਬੜੀ ਛੋਟੀ ਤੇ ਥੋੜੀ ਹੈ, ਜਿਸ ਦਾ ਕਿਣਕਾ ਉਸ ਦੀ ਮਿਹਰ ਕਦੇ ਕਦਾਈ ਬਖਸ਼ੀ ਦਿੰਦੀ ਹੈ। ਜਿਸ ਮੰਗ ਲਈ ਉਸ ਵੱਲ ਯਾਦ ਦੀ ਡੋਰੀ ਤਣੀ ਰਹਿੰਦੀ ਹੈ,
ਉਹ ਯਾਦ ਦੀ ਤਣੀ ਡੋਰੀ ਰਸ ਵਿੱਚ ਮਗਨ ਰੱਖਦੀ ਹੈ ਤੇ ਜਦ ਉਸ ਦੀ ਛੈਬਰ ਅਪਾਰ ਹੋ ਵਸਦੀ ਹੈ ਤਾਂ ਉਸ ਮਿਹਰ ਦੀ ਪ੍ਰਾਪਤੀ ਦਾ ਨਸ਼ਾ ਝੱਲਿਆ ਨਹੀਂ ਜਾਂਦਾ। ਖੁਸ਼ੀਆਂ ਖੇੜਿਆਂ ਵਿੱਚ ਸਰਸ਼ਾਰ ਕਰ ਜਾਂਦਾ ਹੈ। ਕਮਾਈ ਵਾਲੇ ਘਾਲੀ ਨੂੰ ਆਪਣੇ ਘਾਲ ਦਾ ਮਾਣ ਆਉਂਦਾ ਹੈ, ਜੋ ਹਉ ਦੀ ਸ਼ਕਲ ਵਿੱਚ ਮਨ ਉੱਤੇ ਛਾਇਆ ਰਹਿੰਦਾ ਹੈ, ਜੋ ਮਨ ਨੂੰ ਉੱਪਰ ਉੱਠਣ ਤੇ ਖੇੜੇ ਦੇ ਘਰ ਆਉਣ ਨਹੀਂ ਦਿੰਦਾ। ਪਰ ਗੁਰੂ ਨਾਨਕ ਦਾ ਭਗਤੀ ਮਾਰਗ ਹਉ ਰਹਿਤ ਨਿਰਮਾਣ ਮਾਰਗ ਹੈ। ਭਗਤੀ ਮਾਰਗ ਦੇ ਜਗਿਆਸੂ ਦੀ ਸੁਰਤ ਸਾਈਂ ਦੀ ਪ੍ਰੇਮ ਭਰੀ ਯਾਦ ਵਿੱਚ ਖਿੱਚੀ ਹੋਈ ਆਪਣੇ ਆਪ ਨਿਰਮਾਣਤਾ ਤੇ ਨਿਮਰਤਾ ਵਿੱਚ ਰੱਖਦੀ ਹੈ। ਫਿਰ ਉਹ ਕਰਤਾਰ ਆਪ ਆਨੰਦ ਸਰੂਪ ਹੈ। ਉਸ ਦੀ ਯਾਦ ਅਰਥਾਤ ਨਾਮ ਸਿਮਰਨ ਵੀ ਆਨੰਦ ਸਰੂਪ ਹੈ। ਆਨੰਦ ਸਰੂਪ ਨੂੰ ਸਿਮਰਿਆ ਆਨੰਦ ਨੇ ਆਪੇ ਆਉਣਾ ਤੇ ਖੇੜਾ ਦਾਨ ਕਰ ਦੇਣਾ ਹੋਇਆ। ਬਸ ਇਹ ਭੇਦ ਹੈ ਖੇੜਾ ਪ੍ਰਾਪਤੀ ਦਾ। ਇੱਕ ਹੋਰ ਵਾਕਿਆ ਅਕਸਮਾਤਰ ਯਾਦ ਹੈ ਕਿ ਕਲਗੀਧਰ ਪਾਤਸ਼ਾਹ ਜੀ ਦਾ ਪਵਿੱਤਰ ਅਵਤਾਰ ਪੁਰਬ ਸਦਾ ਵਾਂਗ ਭਾਈ ਸਾਹਿਬ ਜੀ ਦੇ ਗ੍ਰਹਿ ਮਨਾਇਆ ਜਾ ਰਿਹਾ ਸੀ। ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਿਆ, ਰਸਾਲ ਕੀਰਤਨ ਹੋਇਆ। ਉਪਰੰਤ ਆਈ ਸੰਗਤ ਨੂੰ ਰਸਦਾਇਕ ਅੰਮ੍ਰਿਤ ਭੋਜਨਾ ਭਰਪੂਰ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਅਵਸਰ ਤੇ ਸ੍ਰੀ ਗੋਪਾਲਾ ਰਾਓ ਜੀ ਦੇ ਨਾਲ ਸ੍ਰੀ ਸਵਾਮੀ ਰਾਮਦਾਸ ਜੀ ਵੀ ਭਾਈ ਸਾਹਿਬ ਜੀ ਦੇ ਗ੍ਰਹਿ ਆਏ ਹੋਏ ਸਨ। ਸਵਾਮੀ ਜੀ ਨੇ ਬਾਬਾ ਜੀ ਦਾ ਪਾਠ ਬੜੇ ਪ੍ਰਸੰਨਚਿਤ ਸੁਣਿਆ, ਕੀਰਤਨ ਸਰਵਣ ਕੀਤਾ। ਭਾਵੇਂ ਮਤਲਬ ਪੂਰਾ ਨਹੀਂ ਸਮਝਦੇ ਸਨ, ਪਰ ਫਿਰ ਵੀ ਜੋ ਪ੍ਰਭਾਵ, ਉਤਸ਼ਾਹ ਤੇ ਖੁਸ਼ੀ ਹਰ ਕਿਸੇ ਦੇ ਚਿਹਰੇ ਤੇ ਲਸਦੀ ਸੀ, ਦੇਖ ਕੇ ਬੜੇ ਪ੍ਰਭਾਵਿਤ ਹੋਏ। ਉਸ ਪ੍ਰਭਾਵ ਦੀ ਬੜੀ ਤਾਰੀਫ ਕੀਤੀ ਤੇ ਖੁਸ਼ੀ ਪ੍ਰਗਟ ਕੀਤੀ ਤੇ ਕਹਿਣ ਲੱਗੇ, ਪਿਤਾ ਜੀ ਦੇਖੋ ਅੱਜ ਕਿੰਨੀ ਖੁਸ਼ੀ ਹੈ ਤੇ ਇੱਥੇ ਕਿੰਨਾ ਦੈਵੀ ਪ੍ਰਭਾਵ ਭਰ ਰਿਹਾ ਹੈ। ਇਸ ਵੇਲੇ ਤਾਂ ਸ਼ਾਇਦ ਸਭਨਾਂ ਵਿੱਚ ਵਸਦਾ ਵਾਹਿਗੁਰੂ ਸਭਨਾਂ ਨੂੰ ਦਿਸ ਪਿਆ ਹੋਵੇਗਾ ਕਿ ਹਰ ਕੋਈ ਰੱਬ ਰੂਪ ਹੈ, ਜੋ ਮੈਨੂੰ ਹਰ ਸਮੇਂ ਹਰ ਜੀਵ ਜੰਤੂ ਵਿੱਚ ਦਿਸਦਾ ਹੈ। ਭਾਈ ਸਾਹਿਬ ਸੁਣ ਕੇ ਮੁਸਕਰਾ ਪਏ, ਪਰ ਉੱਤਰ ਕੋਈ ਨਾ ਦਿੱਤਾ। ਸਵਾਮੀ ਜੀ ਨੇ ਫਿਰ ਪੁੱਛਿਆ, ਦੱਸੋ ਪਿਤਾ ਜੀ, ਕੀ ਮੇਰਾ ਖਿਆਲ ਗਲਤ ਹੈ? ਕੀ ਆਪ ਨੂੰ ਅੱਜ ਹਰ ਇੱਕ ਰੱਬ ਰੂਪ ਨਹੀਂ ਦੀਦਾ? ਆਪ ਕਹਿਣ ਲੱਗੇ, ਠੀਕ ਹੈ, ਜਦ ਵਾਹਿਗੁਰੂ ਹਿਰਦੇ ਵਿੱਚ ਵਸਦਾ ਹੋਵੇ ਤਾਂ ਪ੍ਰਤੱਖ ਦਿਸ ਪੈਂਦਾ ਹੈ ਕਿ ਉਹ ਅੰਦਰ ਵਸ ਰਿਹਾ ਹੈ। ਰੱਬ ਅੰਦਰ ਹੈ, ਪਰ ਮੈਂ ਰੱਬ ਨਹੀਂ ਤੇ ਮੈਂ ਹਰ ਜੀਵ ਜੰਤ ਨੂੰ ਰੱਬ ਨਹੀਂ ਵੇਖ ਸਕਦਾ। ਸਾਰੀ ਸ੍ਰਿਸ਼ਟੀ ਮੈਂ ਉਸ ਦੀ ਰਚਨਾ ਮੰਨਦਾ ਹਾਂ ਤੇ ਉਸ ਦੀ ਸ੍ਰਿਸ਼ਟੀ ਵਿੱਚ ਖੂਬਸੂਰਤੀ ਤੱਕ ਕੇ ਮੈਨੂੰ ਉਸ ਦਾ ਪ੍ਰਕਾਸ਼ ਦਿਸ ਪੈਂਦਾ ਹੈ, ਜੋ ਮੈਨੂੰ ਉਸੇ ਪ੍ਰਕਾਸ਼ ਦਾਤਾ ਵਿੱਚ ਜੋੜ ਦਿੰਦਾ ਹੈ। ਦੁਖੀ ਸ੍ਰਿਸ਼ਟੀ ਨੂੰ ਦੇਖ ਕੇ ਤਰਸ ਆਉਂਦਾ ਤੇ ਉਸ ਲਈ ਦਿਲ ਵਿੱਚ ਹਮਦਰਦੀ ਪ੍ਰਗਟ ਹੋ ਜਾਂਦੀ ਹੈ। ਪਰ ਮੈਂ ਹਰ ਜੀਵ ਜੰਤੂ ਨੂੰ ਰੱਬ ਨਹੀਂ ਵੇਖਦਾ ਤੇ ਵੇਖਣਾ ਚਾਹੁੰਦਾ ਵੀ ਨਹੀਂ। ਕਿਉਂ? ਇਸ ਲਈ ਕਿ ਮੇਰਾ ਵਾਹਿਗੁਰੂ ਬੜਾ ਉੱਚਾ ਹੈ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸਾਰੇ ਜਗਤ ਉੱਤੇ ਉਸੇ ਦੀ ਮਿਹਰ ਛੈਬਰ ਨਿਰਾਧਾਰ ਵਸ ਰਹੀ ਹੈ। ਉਹ ਜੀਵਾਂ ਨੂੰ ਜਨਮ ਦਿੰਦਾ, ਪਾਲਦਾ, ਰੱਖਿਆ ਕਰਦਾ ਤੇ ਫਿਰ ਲੈ ਵੀ ਕਰਦਾ ਹੈ। ਪਰ ਜੀਵ ਰੱਬ ਨਹੀਂ। ਮੈਂ ਖੁਰਕ ਵਾਲੇ ਕੁੱਤੇ ਤੇ ਗੰਦ ਲੱਦੇ ਖੋਤੇ ਵਿੱਚ ਜੇ ਉਸ ਦੀ ਸੰਭਾਵਨਾ ਕਰਾਂ ਤਾਂ ਮੇਰਾ ਦਿਲ ਕੰਬ ਜਾਂਦਾ ਹੈ ਤੇ ਇਸ ਨੂੰ ਉਸ ਦੀ ਅਵਗਿਆ ਸਮਝਦਾ ਹੈ। ਮੈਂ ਕਿਸੇ ਹਾਲਤ ਵਿੱਚ ਵੀ ਐਸਾ ਨਹੀਂ ਸੋਚ ਸਕਦਾ। ਮੈਨੂੰ ਤਾਂ ਉਸ ਦਾਤੇ ਨੂੰ ਉੱਚੇ ਤੋਂ ਉੱਚਾ ਤਖਤ ਤੇ ਬੈਠਾ ਤੱਕ ਕੇ ਹੀ ਚਾਅ ਚੜ੍ਹਦਾ ਹੈ। ਅਕਾਲ ਪੁਰਖ ਤੇ ਆਪਣੇ ਪੂਜੇ ਸਤਿਗੁਰਾਂ ਲਈ ਇਸ ਤਰ੍ਹਾਂ ਦੇ ਪਿਆਰ ਤੇ ਫਖਰ ਭਰੇ ਭਾਵ ਜਦ ਭਾਈ ਸਾਹਿਬ ਜੀ ਨੇ ਕਹੇ ਤੇ ਨਾਮ ਦੀ ਮਹਿਮਾ ਵਰਣਨ ਕੀਤੀ ਤਾਂ ਸਵਾਮੀ ਜੀ ਵੀ ਝੂਮ ਗਏ। ਭਾਵੇਂ ਨਿਜ ਕਾਲ ਦੀ ਪ੍ਰਾਪਤੀ ਤੇ ਮੁੱਢਾਂ ਦਾ ਰੌ ਰੁਖ ਜੋ ਬਣ ਰਿਹਾ ਸੀ, ਉਹ ਸੂਰਤ ਉੱਤੇ ਵਿਸ਼ੇਸ਼ ਗਾਲਬ ਹੋ ਰਿਹਾ ਸੀ, ਫਿਰ ਵੀ ਆਪ ਉਸ ਅਭਿਆਸ ਦੇ ਨਾਲ ਨਾਮ ਸਿਮਰਨ ਦੀ ਮਹਾਨਤਾ ਵੱਲ ਵੀ ਝੁਕ ਗਏ। ਜਿਸ ਗੱਲ ਦਾ ਕੁਝ ਜ਼ਿਕਰ ਸ੍ਰੀ ਸਵਾਮੀ ਜੀ ਨੇ ਆਪਣੇ ਇੱਕ ਲੇਖ ਵਿੱਚ ਕੀਤਾ ਹੈ, ਜੋ ਇੰਗਲਿਸ਼ ਵਿੱਚ ਲਿਖਿਆ ਸੀ। ਸ੍ਰੀ ਰਾਮਦਾਸ ਜੀ ਦੀ ਇਸ ਲਿਖਤ ਦਾ ਅਨੁਵਾਦ ਇਸ ਪ੍ਰਕਾਰ ਹੈ। ਭਾਈ ਵੀਰ ਸਿੰਘ ਜੀ ਪੰਜਾਬੀ ਦੇ ਵੱਡੇ ਤੋਂ ਵੱਡੇ ਮਹਾਨ ਸੰਤ ਕਵੀਆਂ ਵਿੱਚੋਂ ਹਨ। ਰਾਮਦਾਸ ਦਾ ਇਸ ਲੇਖ ਵਿੱਚ ਉਹਨਾਂ ਦੀ ਕਵਿਤਾ, ਜੋ ਉਹਨਾਂ ਦੀ ਸੰਤ ਵਿਅਕਤੀ ਵਾਂਗ ਹੀ ਨਿਰਸੰਸੇ ਬੜੇ ਉੱਚੇ ਪੱਧਰ ਦੀ ਹੈ, ਨਾਲ ਬਹੁਤਾ ਸੰਬੰਧ ਨਹੀਂ।
ਰਾਮਦਾਸ ਨੂੰ ਅੱਡ-ਅੱਡ ਸਮਿਆਂ ਤੇ ਉਹਨਾਂ ਦੇ 4 ਵਾਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਇਹਨਾਂ ਅਵਸਰਾਂ ਪਰ ਰਾਮਦਾਸ ਨੇ ਉਹਨਾਂ ਨੂੰ ਪਵਿੱਤਰਤਾ ਤੇ ਪਰਮ ਸ਼ਾਂਤੀ ਵਿੱਚ ਸਰਸ਼ਾਰ ਡਿੱਠਾ ਤੇ ਉਹਨਾਂ ਦੀ ਸੰਗਤ ਬੜੀ ਹੀ ਉਤਸ਼ਾਹ ਭਰਨ ਵਾਲੀ ਤੇ ਪ੍ਰਕਾਸ਼ਦਾਤੀ ਤੱਕੀ। ਰਾਮਦਾਸ ਲਈ ਤਾਂ ਉਹ ਇੱਕ ਆਦਰਸ਼ਕ ਮਿੱਤਰ, ਪ੍ਰਾਹੁਣਚਾਰ ਤੇ ਸ਼ੁਭਚਿੰਤਕ ਰਹੇ। ਜਦ ਰਾਮਦਾਸ ਪੰਜਾਬ ਤੇ ਕਸ਼ਮੀਰ ਵਿੱਚ ਭਰਮਣ ਕਰ ਰਿਹਾ ਸੀ, ਅੰਤਲੀ ਵਾਰ ਕਈ ਸਾਲਾਂ ਬਾਅਦ ਰਾਮਦਾਸ ਉਹਨਾਂ ਨੂੰ 1952 ਵਿੱਚ ਬੰਬਈ ਮਿਲਿਆ। ਇਹ ਰੋਮਾਂਚਿਤ ਕਰਨ ਵਾਲੀ ਮਿਲਣੀ ਰਾਮਦਾਸ ਦੀ ਯਾਦ ਵਿੱਚ ਅਜੇ ਵੀ ਤਾਜ਼ਾ ਹੈ। ਸਾਡੇ ਪਰਮ ਪਿਆਰੇ ਪਿਤਾ ਜੀ ਦੀ ਵਿਅਕਤੀ ਵਿੱਚ ਸੰਤ ਜੀਵਨੀ ਦੇ ਸਾਰੇ ਹੀ ਆਦਰਸ਼ਕ ਉੱਚ ਚਰਿੱਤਰ ਮੌਜੂਦ ਹਨ। ਉਹ ਇੱਕ ਖਾਸ ਰੂਹਾਨੀ ਸਿੱਖਿਆ ਜੋ ਬੜੇ ਜ਼ੋਰ ਨਾਲ ਆਪਣੇ ਮਿਲਣ ਵਾਲਿਆਂ ਨੂੰ ਦਿੰਦੇ ਹਨ, ਉਹ ਹੈ ਵਾਹਿਗੁਰੂ ਦਾ ਨਾਮ ਸਿਮਰਨ। ਉਹਨਾਂ ਦਾ ਨਾਮ ਵਿੱਚ ਸਿਦਕ ਹੈਰਾਨ ਕਰਨ ਵਾਲਾ ਹੈ। ਸਿੱਖ ਧਰਮ ਦੇ ਮਹਾਨ ਗੁਰੂ ਸਾਹਿਬਾਨ ਦੀ ਇਹ ਨਾਮ ਪਦਾਰਥ ਆਉਣ ਵਾਲੀਆਂ ਨਸਲਾਂ ਲਈ ਪ੍ਰਦਾਨ ਕੀਤੀ ਹੋਈ ਇੱਕ ਸੰਪਤੀ ਹੈ। ਇਹ ਵਿਸ਼ਵਾਸ ਜੋ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਹਿਰਦਿਆਂ ਵਿੱਚ ਵਸਾਉਣਾ ਲੋਚਦੇ ਸਨ, ਭਾਈ ਵੀਰ ਸਿੰਘ ਉਸ ਦੇ ਪ੍ਰਸਿੱਧ ਵਿਆਖਿਆਕਾਰ ਤੇ ਪ੍ਰਚਾਰਕ ਹਨ। ਭਾਈ ਵੀਰ ਸਿੰਘ ਆਪਣੇ ਆਤਮਿਕ ਤਜਰਬਿਆਂ ਵਿੱਚ ਉੱਚੀ ਆਤਮਿਕ ਵਿਸ਼ਿਸ਼ਟਤਾ ਤੇ ਦੈਵੀ ਪਰਮ ਆਨੰਦ ਦੇ ਪੱਧਰ ਦੀ ਚੋਟੀ ਤੇ ਪਹੁੰਚ ਚੁੱਕੇ ਹਨ। ਜੋ ਜਗਿਆਸੂ ਜੀਵਨ ਦੀ ਸਫਲਤਾ ਤੇ ਪਰਮਾਤਮ ਪ੍ਰਾਪਤੀ ਦੇ ਮਾਰਗ ਵਿੱਚ ਬਹੁਲੀਆਂ ਮਾਰ ਰਹੇ ਹਨ, ਆਪ ਉਹਨਾਂ ਦੀ ਰਹਿਨੁਮਾਈ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।